सतनाम श्री वाहिगुरु। धन गुरु नानक देव जीओ महाराज। दंडोत बंदन अनक बार, सर्व कला समरथ। डोलन ते राखो प्रभु, नानक दे कर हाथ। आए प्रभ शरणागति, कृपा निध दयाल। एक अखर हर मन वस्त, नानक होत निहाल। ज्यों बुलावै त्यों बोलह स्वामी, कुदरत कवण हमारी। साध संग नानक जस गायो, जो प्रभु की अत प्यारी। कहाँ बुद्ध प्रभु तुच्छ हमारी, वर्ण सकै महिमा जो तिहारी। हम ना सकत कर सिफत तुम्हारी, आप ले हो तुम कथा सुधारी। मेरा रोम रोम बलिहारे, कलंगियाँ वाले तो। 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 रोम बलिहारे, रोम रोम बलिहारे, रोम रोम बलिहारे। रोम रोम बलिहारे, मेरा रोम रोम बलिहारे। रोम रोम बलिहारे, कलंगियाँ वाले तो। रोम रोम बलिहारे, सतगुर प्यारे तो। मेरा रोम रोम बलिहारे। पूरा प्रभरा दिया, पूरा जा करना। पूरा प्रभरा दे, पूरा जा करना। नानक पूरा पा, पूरे के गुण। हर सच्चा तख्त रचाया, सत संगत मेला। नानक निरपौ निरंकार, विच सिद्धां खेला। गुर सिमर मनाई काल का, खंड की वेला। पीवो पहल खंड तार, होए जन्म सहेला। गुर संगत कीनी खालसा, मनमुखी दहेला। वाहो वाहो गोबिंद सिंह, आपे गुर चेला।
सत संगत मेला दो कड़ियाँ, संगत मेला दो कड़ियाँ। सत संगत मेला दो कड़ियाँ, संगत मेला दो कड़ियाँ। कोई करन नसीबां वाले संगत मेला, सत संगत मेला दो कड़ियाँ। कोई करन नसीबां करन नसीबां वाले, कोई करन नसीबां वाले संगत मेला दो कड़ियाँ। सत संगत मेला दो कड़ियाँ। करन नसीबां वाले, वड भागी सत संगत पाव, भागहीन प्रम चोटा खावै। बिन भागा सत संग न, बिन संगत मैल परीजै। ए करी आदि करी आदि ते हुन, भगतन सेती गो जो कीने सो। रात कथूरी वंडी है, सत्या मिल न पाओ। जिन्ना नैन निंदराव तिना मिलन को आओ। सतगुरु जुगो जुग अटल चौर तख्त मालक, दसां पातशाहियां दी जगदी जोत, शब्द अवतार जगत गुरु, ਕਰੋੜਾਂ ਬ੍ਰਹਿਮੰਡਾਂ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਵਿੱਤਰ ਗੋਦ ਵਿੱਚ ਬੈਠ ਕੇ ਦੂਰੋਂ ਨੇੜਿਓਂ ਆ ਕੇ ਜਿੰਨੇ ਵੀ ਮਾਈ ਭਾਈ ਬੱਚੇ ਬਜ਼ੁਰਗ ਸਤ ਸੰਗਤ ਹਰੀ ਜਸ ਕੀਰਤਨ ਦਾ ਲਾਭ ਉਠਾਉਣ ਦੇ ਲਈ ਗੁਰੂ ਦਰਬਾਰ ਵਿੱਚ ਆਏ ਹੋ, ਵਡਭਾਗੇ ਹੋ ਜੋ ਆਪਣੇ ਜੀਵਨ ਦੀਆਂ ਅਮੋਲਕ ਘੜੀਆਂ ਗੁਰੂ ਚਰਨਾਂ ਵਿੱਚ ਲਾ ਕੇ ਸਫਲੀਆਂ ਬਣਾ ਰਹੇ ਹੋ। ਗੁਰਬਾਣੀ ਦਾ ਫਰਮਾਨ ਹੈ, कल युग मह कीर्तन प्रधाना, गुरुमुख जपिए लाए ध्यान। आप तरह सगले कुल तारै, हर दरगह पत स्यों जाइंदा। को गावै को सुनै, हर नामा चित लाए। कहो कबीर संसा नहीं, अंत परम गत पाए। कोई शरदा दे नाल गावे, कोई शरदा दे नाल सोए। हरि दा जास प्रभु दे गुण गाउण वास्ते आपां इकट्ठे होए हां। ਆਪਣੀਆਂ ਮਨੋਵਿਰਤੀਆਂ ਨੂੰ ਇਕਾਗਰ ਕਰਨ ਦੀ ਕੋਸ਼ਿਸ਼ ਕਰੋ। ਬਾਹਰ ਮੁਖ ਤੋਂ ਅੰਤਰਮੁਖ ਹੋਵੋ। ਭਾਈ ਸਤਸੰਗ ਦੀਆਂ ਘੜੀਆਂ ਬਹੁਤ ਵੱਡਿਆਂ ਭਾਗਾਂ ਦੇ ਨਾਲ ਪ੍ਰਾਪਤ ਹੋਇਆ ਕਰਦੀਆਂ ਹਨ। ਕਲਯੁਗ ਦਾ ਸਮਾਂ ਹੈ। ਕਲਯੁਗ ਦੇ ਅੰਦਰ ਹਰੀ ਜਸ ਕੀਰਤਨ ਸਤਸੰਗ ਦੁਆਰਾ ਜੀਵ ਦਾ ਉਧਾਰ ਹੁੰਦਾ ਹੈ। ਗੁਰਬਾਣੀ ਦੇ ਅੰਦਰ ਵਾਰ-ਵਾਰ ਸਤਸੰਗ ਦੀ ਵਡਿਆਈ ਬਹੁਤ ਜ਼ਿਆਦਾ ਕਥਨ ਕੀਤੀ ਹੈ। ਬੜ ਭਾਗੀ ਸਤ ਸੰਗਤ ਪਾਵੈ, ਭਾਗਹੀਨ ਪਰਮ ਚੋਟਾਂ ਖਾਵੈ। ਵੱਡਿਆਂ ਭਾਗਾਂ ਦੇ ਨਾਲ ਸਤਸੰਗ ਦੀ ਪ੍ਰਾਪਤੀ ਹੁੰਦੀ ਹੈ। ਭਾਗਾਂ ਤੋਂ ਹੀਣੇ ਪੁਰਸ਼ ਜਿਹੜੇ ਹਨ ਉਹਨਾਂ ਨੂੰ ਸਤਸੰਗਤ ਗੁਰੂ ਦੀ ਸ਼ਰਨ ਪ੍ਰਾਪਤ ਨਹੀਂ ਹੁੰਦੀ ਹੈ। ਸੋ ਇਸ ਕਰਕੇ ਆਪਾਂ ਸਾਰੇ ਭਾਗਾਂ ਵਾਲੇ ਹਾਂ ਭਾਈ। ਗਜਵਜ ਕੀ ਤਿੰਨਾਂ ਹਿੱਸਿਆਂ ਦੇ ਵਿੱਚ ਬੋਲਿਆ ਕਰੋ। ਗੁਰਬਾਣੀ ਦਾ ਅਰਥ ਸਰੂਪ ਹਨ ਦੇ ਸ਼ਬਦ। ਪਹਿਲੇ ਹਿੱਸੇ ਵਿੱਚ ਦਾਸ, ਦੂਸਰੇ ਹਿੱਸੇ ਵਿੱਚ ਜਥੇ ਵਾਲਿਆਂ ਦੇ ਨਾਲ ਮਿਲ ਕੇ ਸਾਰੇ ਭਾਈ ਬੋਲਿਆ ਕਰੋ। ਤੀਸਰੇ ਹਿੱਸੇ ਵਿੱਚ ਸਾਰੀਆਂ ਬੀਬੀਆਂ ਗਜ ਵੱਜ ਕੇ ਸ਼ਬਦ ਵਿੱਚ ਬੋਲਿਆ ਕਰੋ। ਜਸ ਕਰੋ ਵਾਹਿਗੁਰੂ ਦਾ ਪਿਆਰਿਓ, ਚਿੱਤ ਨੂੰ ਇਕਾਗਰ ਕਰਕੇ। ਜਸ ਕਰੋ ਵਾਹਿਗੁਰੂ ਦਾ ਪਿਆਰਿਓ, ਚਿੱਤ ਨੂੰ ਇਕਾਗਰ ਕਰਕੇ।
ਪਿਆਰਿਓ ਚਿਤ ਨੂੰ ਜਸ ਕਰ ਵਾਹਿਗੁਰੂ ਦਾ ਪਿਆਰਿਓ ਚਿਤ ਨੂੰ ਇਕਾਗਰ ਕਰਕੇ ਜਸ ਕਰੋ ਵਾਹਿਗੁਰੂ ਦਾ ਪਿਆਰਿਓ ਚਿਤ ਨੂੰ ਇਕਾਗਰ ਕਰਕੇ ਜਸ ਕਰੋ ਵਾਹਿਗੁਰੂ ਦਾ ਪਿਆਰਿਓ ਚਿਤ ਨੂੰ ਇਕਾਗਰ ਕਰਕੇ ਜਸ ਕਰੋ ਵਾਹਿਗੁਰੂ ਦਾ ਪਿਆਰਿਓ ਇਕਾਗਰ ਕਰਕੇ ਚਿਤ ਨੂੰ ਇਕਾਗਰ ਕਰਕੇ ਚਿਤ ਨੂੰ ਇਕਾਗਰ ਕਰਕੇ ਮਨ ਨੂੰ ਇਕਾਗਰ ਕਰਕੇ ਸੰਗਤ ਜੀ ਚਿਤ ਨੂੰ ਇਕਾਗਰ ਕਰਕੇ ਜਸ ਕਰੋ ਵਾਹਿਗੁਰੂ ਦਾ ਚਿਤ ਨੂੰ ਇਕਾਗਰ ਕਰਕੇ ਜਸ ਕਰੋ ਵਾਹਿਗੁਰੂ ਦਾ ਪਿਆਰਿਓ ਮਨ ਨੂੰ ਇਕਾਗਰ ਕਰਕੇ ਪ੍ਰਭੂ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚਿਤ ਸਰੀਰ ਕਰਕੇ ਸਾਵਧਾਨ ਹੋ ਕੇ ਬੈਠੋ ਤੇ ਮਨ ਕਰਕੇ ਇਕਾਗਰ ਚਿਤ ਹੋ ਕਰਕੇ ਕੋ ਗਾਵੇ ਕੋ ਸੁਣਾ ਹਰ ਨਾਮਾ ਚਿਤ ਲਾਏ ਚਿਤ ਲਾ ਕੇ ਕਹੋ ਕਬੀਰ ਸੰਸਾਰ ਨਹੀਂ ਅੰਤ ਪਰਮਗਤ ਪਾਏ ਕੋਈ ਸੰਸਾਰ ਨਹੀਂ ਸਾਧ ਸੰਗਤ ਕਹੋ ਕਬੀਰ ਇਹ ਕਹੀਆ ਕਾਹੇ ਸਾਧ ਸੰਗਤ ਵੈਕੁੰਠ ਆਇਆ ਹੈ। ਜਿਵੇਂ ਸਾਧ ਸੰਗਤ ਰਾਤਰੀ ਦੇ ਵਕਤ ਸੁਖ ਰਾਜੇ ਕਰ ਹਰੀ ਚੰਦ ਨਾਰ ਸੋ ਤਾਰਾ ਲੋਚਨ ਰਾਣੀ ਸਾਧ ਸੰਗਤ ਮਿਲਗਾਮ ਦੇ ਰਾਤੀ ਜਾਏ ਸੁਣੈ ਗੁਰਬਾਣੀ। ਜਿਵੇਂ ਹਰੀ ਚੰਦ ਰਾਜੇ ਦੀ ਰਾਣੀ ਤਾਰਾ ਰਾਣੀ ਰਾਤਰੀ ਦੇ ਵਕਤ ਰਾਤ ਦਾ ਸਮਾਂ ਟਿਕਾ ਦਾ ਸਮਾਂ ਹੁੰਦਾ ਹੈ। ਹੁਣ ਬਹੁਤੇ ਸਾਧ ਸੰਗਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਸਾਰੈ ਤੇ ਕਮਜਾਤ। ਵਾਹਿਗੁਰੂ ਨੇ ਦਿਨ ਬਣਾਇਆ ਹੈ ਰਾਤਾਂ ਬਣਾਈਆਂ ਹਨ। ਇਹ ਰਾਤਾਂ ਸਿਰਫ ਸੌਣ ਵਾਸਤੇ ਨਹੀਂ ਹਨ ਵਾਹਿਗੁਰੂ ਦਾ ਭਜਨ ਕਰਨ ਵਾਸਤੇ ਹਨ। ਦਿਨ ਤਾਂ ਕੰਮ ਕਾਜ ਕਰਦਿਆਂ ਰੋਜੀ ਰੋਟੀ ਵਾਸਤੇ ਬੰਦੇ ਦਾ ਨਿਕਲ ਜਾਂਦਾ ਹੈ। ਰਾਤਰੀ ਦਾ ਵਕਤ ਸਿਰਫ ਸੌਣ ਵਾਸਤੇ ਨਹੀਂ ਹੈ। ਸੁਖ ਰਾਜੇ ਕਰ ਹਰੀ ਚੰਦ ਨਾਰ ਸੋ ਤਾਰਾ ਲੋਚਨ ਰਾਣੀ ਸਾਧ ਸੰਗਤ ਮੇਂ ਲਗਾਵ ਦੇ ਰਾਤੀ ਜਾਏ ਸੁਣੈ ਗੁਰਬਾਣੀ। ਰਾਤ ਦੇ ਵਕਤ ਕਿਉਂਕਿ ਸਤ ਸੰਗਤ ਦੀ ਹਰ ਇੱਕ ਨੂੰ ਲੋੜ ਹੈ ਭਾਵੇਂ ਕੋਈ ਅਮੀਰ ਹੈ ਭਾਵੇਂ ਗਰੀਬ ਹੈ ਭਾਵੇਂ ਕੋਈ ਰਾਜਾ ਹੈ ਭਾਵੇਂ ਕੋਈ ਰੰਕ ਹੈ ਹਰ ਇੱਕ ਨੂੰ ਭਜਨ ਦੀ ਪਾਠ ਦੀ ਸੇਵਾ ਸਿਮਰਨ ਦੀ ਲੋੜ ਹੈ ਭਾਈ। ਹਰ ਇੱਕ ਨੂੰ ਲੋੜ ਹੈ ਸਿਮਰਨ ਤੋਂ ਬਿਨਾਂ ਭਜਨ ਤੋਂ ਬਿਨਾਂ। ਗੁਰਬਾਣੀ ਦਾ ਫੈਸਲਾ ਸਿਮਰਨ ਭਜਨ ਦਿਆ ਨਹੀਂ ਕਿੰਨੀ ਤੋ ਮੁਖ ਚੋਟਾਂ ਖਾਹੇਗਾ। ਮਨੁੱਖਾ ਜਨਮ ਦਾ ਇਹੀ ਲਾਭ ਹੈ 84 ਲੱਖ ਜੂਨ ਦੇ ਵਿੱਚ ਨਾ ਤਾਂ ਵਾਹਿਗੁਰੂ ਦੀ ਪ੍ਰਾਪਤੀ ਹੋ ਸਕਦੀ ਹੈ ਤਾਂ ਤੇ ਨਾ ਹੀ ਬ੍ਰਹਮ ਗਿਆਨ ਹੋ ਸਕਦਾ ਹੈ ਨਾ ਹੀ ਆਤਮ ਗਿਆਨ ਹੋ ਸਕਦਾ ਹੈ। ਇਸੇ ਕਰਕੇ ਗੁਰਬਾਣੀ ਦੇ ਵਿੱਚ ਮਨੁੱਖਾ ਜਨਮ ਦੀ ਬਹੁਤ ਵਡਿਆਈ ਕਥਨ ਕੀਤੀ ਹੈ। ਕਬੀਰ ਮਾਨਸ ਜਨਮ ਦਲੰਭ ਹੈ ਹੋਏ ਨਾ ਬਾਰੰਬਾਰ ਜਿਉ ਬਨ ਫਲ ਪਾ ਕੇ ਭੋਏ ਗਿਰੈ ਬਾਹਰ ਨਾ ਲਾਗੈ ਡਾਰ। ਇਸ ਦੇਹੀ ਕੋ ਸਿਮਰੈ ਦੇਵ ਸਾ ਦੇਹੀ ਭਜ ਹਰ ਕੀ ਸੇਵ। ਐਵੇਂ ਪੜ੍ਹ ਲਓ ਵਜ ਵਜ ਕੇ ਤਿੰਨਾਂ ਹਿੱਸਿਆਂ ਦੇ ਵਿੱਚ। ਜਿਹੜੀ ਦੇਹੀ ਨੂੰ ਤਰਸਦੇ ਨੇ ਦੇਵਤੇ ਉਹ ਦੇਹੀ ਤੈਨੂੰ ਮਿਲ ਗਈ। ਜਿਹੜੀ ਦੇਹੀ ਨੂੰ ਤਰਸਦੇ ਨੇ ਦੇਵਤੇ ਉਹ ਦੇਹੀ ਤੈਨੂੰ ਮਿਲ ਗਈ।
ਜਿਹੜੀ ਦੇਹੀ ਨੂੰ ਲੋਚਦੇ ਨੇ ਦੇਵਤੇ ਉਹ ਦੇਹੀ ਤੈਨੂੰ ਮਿਲ ਗਈ। ਉਹ ਦੇਹੀ ਤੈਨੂੰ ਬਾਣੀ ਕਹਿੰਦੀ ਉਹ ਦੇਹੀ ਤੈਨੂੰ ਮਿਲ ਗਈ ਬੰਦਿਆ ਉਹ ਦੇਹੀ ਤੈਨੂੰ ਮਿਲ ਗਈ। ਬਾਣੀ ਕਹਿੰਦੀ ਉਹ ਦੇਹੀ ਬਾਣੀ ਕਹਿੰਦੀ ਜੀ ਉਹ ਦੇਹੀ ਉਹ ਦੇਹੀ ਜੀ ਤੈਨੂੰ ਮਿਲ ਗਈ। ਉਹੀ ਦੇਹੀ ਜੀ ਤੈਨੂੰ ਮਿਲ ਗਈ। ਦੇਹੀ ਨੂੰ ਤਰਸਦੇ ਦੇਵਤੇ ਉਹ ਦੇਹੀ ਤੈਨੂੰ ਮਿਲ ਗਈ। ਜਿਹੜੀ ਦੇਹੀ ਨੂੰ ਲੋਚਦੇ ਨੇ ਦੇਵਤੇ ਉਹ ਦੇਹੀ ਤੈਨੂੰ ਮਿਲ ਗਈ। ਦੇਹੀ ਨੂੰ ਤੈਨੂੰ ਮਿਲ ਗਈ। ਦੇਵਤੇ ਗੁਰਸੇਵਾ ਤੇ ਭਗਤ ਕਮਾਈ ਤਾਵੇ ਮਾਨਸ ਦੇਹੀ ਪਾਈ। इस देही को सिमर सा देही पर हर की सेव। पयो गोविंद भूल मत जाहो मानस जन्म कहे ही लाहो। गुरबाणी रब है जिस ਨੂੰ ਅਸੀਂ ਮੱਥਾ ਟੇਕਦੇ ਹਾਂ, ਜਿਸ ਨੂੰ ਅਸੀਂ ਨਮਸਕਾਰ ਕਰਦੇ ਹਾਂ, ਜਿਸ ਬਾਣੀ ਦੇ ਲੜ ਸਾਨੂੰ 10 ਗੁਰੂਆਂ ਨੇ ਲਾਇਆ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਤਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਦਾ ਫਰਮਾਨ ਹੈ ਪੋਥੀ ਪਰਮੇਸ਼ਰ ਕਾ ਥਾਨ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਅਸੀਂ ਕਹਿੰਦੇ ਵੀ ਹਾਂ ਕਿ ਅਸੀਂ ਬਾਣੀ ਨੂੰ ਮੰਨਦੇ ਹਾਂ, ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੰਨਦੇ ਹਾਂ। ਕਈ ਤਾਂ ਇਹ ਵੀ ਕਹਿੰਦੇ ਹਨ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਬਿਨਾਂ ਕਿਸੇ ਨੂੰ ਵੀ ਨਹੀਂ ਮੰਨਦੇ। ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਬਿਨਾਂ ਕਿਸੇ ਨੂੰ ਮੱਥਾ ਨਹੀਂ ਟੇਕਦੇ। ਪਰੰਤੂ ਬਾਣੀ ਕੀ ਕਹਿੰਦੀ ਹੈ ਤੇ ਅਸੀਂ ਕੀ ਕਰਦੇ ਹਾਂ? ਬੋਲੋ ਸਤਿਨਾਮ ਸ੍ਰੀ ਵਾਹਿਗੁਰੂ। ਕਹੀ ਜਾਂਦਾ ਮੈਂ ਬਾਣੀ ਨੂੰ ਮੰਨਦਾ, ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੰਨਦਾ, ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੰਨਦਾ, ਮੱਥਾ ਵੀ ਟੇਕਦਾ ਹੈ। ਪਰੰਤੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੋ ਕਹਿ ਰਹੇ ਨੇ ਕਿ ਅਸੀਂ ਉਹ ਕਰਦੇ ਹਾਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਫਰਮਾਨ ਹੈ ਗੁਰਸੇਵਾ ਤੇ ਭਗਤ ਕਮਾਈ ਤਾਵੇ ਮਾਨਸ ਦੇਹੀ ਭਾਈ। ਗੁਰੂ ਦੀ ਸੇਵਾ ਤੇ ਗੁਰੂ ਦੀ ਭਗਤੀ ਕਰਨੀ, ਇਹ ਦੋ ਕੰਮ ਕਰਨ ਵਾਸਤੇ ਹੀ ਇਹ ਮਨੁੱਖਾ ਦੇਹੀ ਭਾਈ ਹੈ। ਇਸ ਦੇਹੀ ਕੋ ਸਿਮਰਹਿ ਦੇਵੀ। ਇਸ ਮਨੁੱਖਾ ਦੇਹੀ ਨੂੰ ਦੇਵਤੇ ਵੀ ਤਰਸਦੇ ਹਨ। ਕਿਉਂ? ਦੇਵਤੇ ਸਾਧ ਸੰਗਤ ਭੋਗ ਜੋਨੀ ਹੈ।
ਉਹਨਾਂ ਦੇ ਅੰਦਰ ਵੀ ਸਾਧ ਸੰਗਤ ਉਹ ਜੋ ਮਨੁੱਖਾ ਸਰੀਰ ਦੇ ਵਿੱਚ ਬ੍ਰਹਮ ਗਿਆਨ ਪ੍ਰਾਪਤ ਹੋ ਸਕਦਾ ਹੈ, ਆਤਮਿਕ ਤਰੱਕੀ ਕੀਤੀ ਜਾ ਸਕਦੀ ਹੈ, ਪਰਮੇਸ਼ਰ ਤੱਕ ਪਹੁੰਚ ਕੀਤੀ ਜਾ ਸਕਦੀ ਹੈ, ਵਾਹਿਗੁਰੂ ਦਾ ਦਰਸ਼ਨ ਕੀਤਾ ਜਾ ਸਕਦਾ ਹੈ, ਉਹ ਦੇਵਤਿਆਂ ਨੂੰ ਵੀ ਪ੍ਰਾਪਤ ਨਹੀਂ ਹੈ। ਬੋਲੋ ਸਤਿਨਾਮ। ਸਤਨਾਮ ਸ੍ਰੀ ਵਾਹਿਗੁਰੂ। ਦੂਸਰੀਆਂ ਜੂਨਾਂ ਦੀ ਗੱਲ ਛੱਡੋ, ਦੇਵਤਾ ਲੋਕ ਵੀ ਇਸ ਮਨੁੱਖਾ ਸਰੀਰ ਨੂੰ ਤਰਸਦੇ ਹਨ, ਕਿਉਂਕਿ ਪਰਾਸ਼ਕਤੀ ਜੋ ਹੈ, ਕੁੰਡਲਨੀ ਜੋ ਹੈ, ਉਹ ਮਨੁੱਖਾ ਸਰੀਰ ਦੇ ਵਿੱਚ ਹੀ ਜਾਗਰਤ ਹੋ ਸਕਦੀ ਹੈ। ਪਰਾਸ਼ਕਤੀ ਸਿਰਫ ਸਾਧ ਸੰਗਤ ਮਨੁੱਖਾ ਸਰੀਰ ਵਿੱਚ ਹੀ ਜਾਗਰਤ ਹੁੰਦੀ ਹੈ, ਜੋ ਸਾਡੇ ਸਰੀਰ ਦੇ ਅੰਦਰ 72,000 ਨਾੜੀਆਂ ਹਨ। ਐੜਾ, ਪਿੰਗਲਾ, ਸਖੋਨਾ, ਇਹ 3 ਮੁੱਖ ਨਾੜੀਆਂ ਹਨ, ਤੇ ਸਾਧ ਸੰਗਤ ਇਸ ਦੇ ਅੰਦਰ 6 ਰੂਹਾਨੀਅਤ ਦੇ ਕੇਂਦਰ ਹਨ, ਜਿਨ੍ਹਾਂ ਨੂੰ 6 ਚੱਕਰ ਵੀ ਕਿਹਾ ਜਾਂਦਾ ਹੈ ਪਰਾਸ਼ਕਤੀ ਦੇ। ਅਤੇ ਸਾਧ ਸੰਗਤ ਕੁੰਡਲਨੀ, ਭੁਜੰਗਮਾ ਨਾੜੀ, ਕੁੰਡਲਨੀ ਨਾੜੀ, ਜਿਸ ਨੂੰ ਸਾਧ ਸੰਗਤ ਆਖਿਆ ਜਾਂਦਾ ਹੈ। ਕੁੰਡਲਨੀ ਸੁਰਜੀ ਸਤ ਸੰਗਤ, ਪਰਮਾਨੰਦ ਗੁਰਮੁਖ ਮੱਚਾ, ਸਤਿਗੁਰੂ ਦੀ ਬਾਣੀ ਦਾ ਫੈਸਲਾ ਹੈ। ਸਤ ਸੰਗਤ ਦੀ ਇਤਨੀ ਵਡਿਆਈ ਹੈ। ਸੋ ਸੰਗਤ ਦੇ ਵਿੱਚ ਵਾਹਿਗੁਰੂ ਦਾ ਨਾਮ ਜਪ ਕੇ, ਸਿਮਰਨ ਕਰਕੇ, ਗੁਰੂ ਵਾਲਾ ਬਣ ਕੇ, ਸੇਵਾ ਕਰਕੇ ਜੋ ਗਿਆਨ ਹਾਸਲ ਹੋ ਸਕਦਾ ਹੈ, ਜੋ ਬ੍ਰਹਮ ਗਿਆਨ ਹੋ ਸਕਦਾ ਹੈ, ਹੋਰ ਕਿਸੇ ਜੂਨੀ ਦੇ ਵਿੱਚ ਨਹੀਂ ਹੈ। ਗੁਰ ਸੇਵਾ ਤੇ ਭਗਤ ਕਮਾਈ, ਤਾਂ ਇਹ ਮਾਨਸ ਦੇਹੀ ਪਾਈ। ਇਸ ਦੇਹੀ ਕੋ ਸਿਮਰਹਿ ਦੇਵ, ਇਸ ਦੇਹੀ ਨੂੰ, ਮਨੁੱਖਾ ਸਰੀਰ ਨੂੰ ਦੇਵਤੇ ਵੀ ਤਰਸਦੇ ਹਨ। ਇਸ ਦੇਹੀ ਕੋ ਸਿਮਰਹਿ ਦੇਵ, ਸਾ ਦੇਹੀ ਭਜ ਹਰਿ ਕੀ। ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਭ। ਕਹਿੰਦੇ ਮਨੁੱਖਾ ਜਨਮ ਦਾ ਇਹੀ ਲਾਭ ਹੈ, ਇਹੀ ਲਾਭ ਹੈ। ਭਜੋ ਗੋਬਿੰਦ, ਵਾਹਿਗੁਰੂ ਨੂੰ ਭਜੋ, ਭੂਲ ਮਤ ਜਾਓ, ਕਦੇ ਭੁੱਲੋ ਨਾ ਵਾਹਿਗੁਰੂ ਨੂੰ, ਪਰਮੇਸ਼ਰ ਨੂੰ ਭੁੱਲੋ ਨਾ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਫਰਮਾਨ ਹੈ। ਬੋਲੋ ਸਤਨਾਮ। ਸਤਨਾਮ ਸ੍ਰੀ ਵਾਹਿਗੁਰੂ। ਸੋ ਸਾਧ ਸੰਗਤ, ਆਪ ਜੀ ਸਰਵਣ ਕਰ ਰਹੇ ਸੀ, ਭਾਵੇਂ ਕੋਈ ਅਮੀਰ ਹੈ, ਭਾਵੇਂ ਗਰੀਬ ਹੈ, ਭਾਵੇਂ ਪੜ੍ਹਿਆ ਹੋਇਆ ਹੈ, ਭਾਵੇਂ ਅਨਪੜ੍ਹ ਹੈ, ਹਰ ਇੱਕ ਨੂੰ ਵਾਹਿਗੁਰੂ ਦੇ ਭਜਨ ਦੀ ਲੋੜ ਹੈ, ਹਰ ਇੱਕ ਨੂੰ ਸੇਵਾ ਦੀ ਲੋੜ ਹੈ, ਹਰ ਇੱਕ ਨੂੰ ਸਿਮਰਨ ਦੀ ਲੋੜ ਹੈ। ਜੇ ਇਹ ਨਹੀਂ ਕੀਤਾ, ਭਗਤ ਕਬੀਰ ਜੀ ਐਸਾ ਫਰਮਾਨ ਕਰਦੇ ਹਨ, ਸਿਮਰਨ ਭਜਨ ਦਇਆ ਨਹੀਂ ਕੀਨੀ, ਤਉ ਮੁਖ ਚੋਟਾਂ ਖਾਹੇਗਾ। ਸਿਮਰਨ ਭਜਨ ਦਇਆ ਨਹੀਂ ਕੀਨੀ, ਤਉ ਮੁਖ ਚੋਟਾਂ ਖਾਹੇਗਾ। ਸਿਮਰਨ ਭਜਨ ਦਇਆ ਨਹੀਂ ਕੀਤੀ, ਤਉ ਮੁਖ ਚੋਟਾਂ ਖਾਹੇਗਾ। ਸਿਮਰਨ ਭਜਨ ਦਇਆ ਨਹੀਂ ਕੀਤੀ, ਤਉ ਮੁਖ ਚੋਟਾਂ ਖਾਹੇਗਾ। ਸਿਮਰਨ ਭਜਨ ਦਇਆ ਨਹੀਂ ਕੀਨੀ, ਤਉ ਮੁਖ ਚੋਟਾਂ ਖਾਹੇਗਾ। ਸਿਮਰਨ ਭਜਨ ਦਇਆ ਨਹੀਂ ਕੀਨੀ, ਤਉ ਮੁਖ ਚੋਟਾਂ ਖਾਹੇਗਾ। ਸਿਮਰਨ ਭਜਨ ਦਇਆ ਨਹੀਂ ਕੀਤੀ, ਤਉ ਮੁਖ ਚੋਟਾਂ ਖਾਹੇਗਾ। ਸਿਮਰਨ ਭਜਨ ਦਇਆ ਨਹੀਂ ਕੀਤੀ, ਤਉ ਮੁਖ ਚੋਟਾਂ ਖਾਹੇਗਾ। ਭਜਨ ਦਇਆ ਨਹੀਂ ਕੀਨੀ, राम सिमर पछताएगा मन, राम सिमर पछताएगा मन। राम सिमर पछताएगा मन, राम सिमर पछताएगा। राम सिमर पछताएगा मन, राम सिमर पछताएगा। राम सिमर पछताएगा मन, राम सिमर पछताएगा। भजन दया नहीं कीनी, तौ मुख चोटां खाएगा। सिमरन भजन दया नहीं कीनी, तौ मुख चोटां खाएगा। सिमरन भजन दया नहीं कीनी, तौ मुख चोटां खाएगा। सिमरन भजन दया नहीं कीनी, तौ मुख खाएगा।
ਰਾਮ ਸਿਮਰ ਪਛਤਾਹੇਗਾ। ਹੇ ਮਨ, ਪਰਮੇਸ਼ਰ ਦਾ ਭਜਨ ਕਰ ਲੈ, ਨਹੀਂ ਤਾਂ ਤੈਨੂੰ ਪਛਤਾਉਣਾ ਪਵੇਗਾ। ਬੋਲੋ ਸਤਿਨਾਮ। ਨਾਮ ਸ੍ਰੀ ਵਾਹਿਗੁਰੂ। ਇੱਥੇ ਵੀ ਪਛਤਾਉਣਾ ਪੈਂਦਾ ਹੈ। ਅੱਗੇ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਜਦੋਂ ਸਰੀਰ ਛੱਡ ਕੇ, ਮਨੁੱਖਾ ਜਨਮ ਨੂੰ ਛੱਡ ਕੇ ਜਾਣਾ ਹੈ, ਅੰਤ ਹਰ ਇੱਕ ਨੂੰ ਸਾਸ ਮੌਤ ਇੱਕ ਅਟਲ ਸੱਚਾਈ ਹੈ, ਯੂਨੀਵਰਸਲ ਟਰੁੱਥ ਹੈ। ਸੰਸਾਰ ਤੋਂ ਜਾਣਾ ਪੈਣਾ ਹੈ। ਸੰਸਾਰ ਦੇ ਉੱਤੇ ਦੁਨੀਆ ਤੇ ਕੋਈ ਨਹੀਂ ਰਿਹਾ, ਉਦੋਂ ਫਿਰ ਤੈਨੂੰ ਫਿਰ ਪਛਤਾਉਣਾ ਪਊਗਾ। ਬੋਲੋ ਸਤਿਨਾਮ। ਨਾਮ ਸ੍ਰੀ ਵਾਹਿਗੁਰੂ। ਜੇ ਤੂੰ ਗੁਰੂ ਵਾਲਾ ਬਣ ਕੇ ਸਿਮਰਨ ਨਹੀਂ ਕੀਤਾ, ਸੰਗਤਾਂ ਦੇ ਨਾਲ ਮਿਲ ਕੇ ਭਜਨ ਨਹੀਂ ਕੀਤਾ, ਸੰਗਤਾਂ ਨਾਲ ਮਿਲ ਕੇ ਵਾਹਿਗੁਰੂ ਦੇ ਗੁਣ ਨਹੀਂ ਗਾਏ, ਕਿਤੇ ਕੀਰਤਨ ਨਹੀਂ ਸੁਣਿਆ, ਕੀਰਤਨ ਨਹੀਂ ਗਾਇਆ, ਕਿਤੇ ਵਜਦ ਵਿੱਚ ਆ ਕੇ, ਪ੍ਰੇਮ ਦੇ ਵਿੱਚ ਆ ਕੇ, ਵੈਰਾਗ ਦੇ ਵਿੱਚ ਆ ਕੇ ਵਾਹਿਗੁਰੂ ਦਾ ਭਜਨ ਨਹੀਂ ਕੀਤਾ, ਵਾਹਿਗੁਰੂ ਦੇ ਆਪਣੇ ਗੁਰੂ ਦੇ ਗੁਣ ਨਹੀਂ ਗਾਏ, ਪਰਮੇਸ਼ਰ ਦੇ ਗੁਣ ਨਹੀਂ ਗਾਏ, ਤੇ ਤੀਸਰਾ ਕੰਮ ਦਇਆ ਨਹੀਂ ਕੀਤੀ, ਤੂੰ ਜੀਵਾਂ ਦੇ ਉੱਤੇ ਤਰਸ ਨਹੀਂ ਕੀਤਾ। ਬੋਲੋ ਸਤਿਨਾਮ। ਨਾਮ ਸ੍ਰੀ ਵਾਹਿਗੁਰੂ। ਰਹਿਮ ਨਹੀਂ ਕੀਤਾ। ਵਾਹਿਗੁਰੂ ਨੇ ਖਾਣ ਵਾਸਤੇ ਕਿੰਨਾ ਕੁਝ ਬਣਾਇਆ, ਪਰੰਤੂ ਬੰਦਾ ਜੋ ਹੈ, ਮਨੁੱਖ ਹੈ, ਇਹ ਦੂਸਰੇ ਜੀਵਾਂ ਦੇ ਗਲ ਵੱਢ ਵੱਢ ਕੇ ਖਾਂਦਾ। ਬੋਲੋ ਸਤਿਨਾਮ। ਨਾਮ ਸ੍ਰੀ ਵਾਹਿਗੁਰੂ। ਜੀਵਾਂ ਦੇ, ਆਪਣੇ ਜੀਵਾਂ ਦੇ ਗਲ ਵੱਢ ਵੱਢ ਕੇ ਖਾਂਦਾ, ਆਪਣੀ ਜ਼ਬਾਨ ਦੇ ਸਵਾਦ ਵਾਸਤੇ, ਜਵਾਨ ਦੇ ਸਵਾਦ ਵਾਸਤੇ ਜੀਵਾਂ ਦੇ ਗਲ ਵੱਢ ਵੱਢ ਕੇ ਖਾਂਦਾ। ਇੰਨਾ ਕੁਛ ਖਾਣ ਵਾਸਤੇ ਬਣਾਇਆ ਹੈ ਵਾਹਿਗੁਰੂ ਨੇ। ਕਿੰਨੇ ਫਲ ਫਰੂਟ, ਕਿੰਨੀਆਂ ਸਬਜ਼ੀਆਂ, ਕਿੰਨਾ ਕੁਛ ਡਰਾਈ ਫਰੂਟ, ਹੋਰ ਕਿੰਨਾ ਕੁਛ ਬਣਾਇਆ ਖਾਣ ਵਾਸਤੇ। ਇਹ ਸਭ ਕੁਛ ਬੰਦੇ ਵਾਸਤੇ ਹੀ ਹੈ। ਬੋਲੋ ਸਤਿਨਾਮ। ਨਾਮ ਸ੍ਰੀ ਵਾਹਿਗੁਰੂ। ਪਰੰਤੂ ਇਹ ਰਹਿਮ ਨਹੀਂ ਕਰਦਾ, ਦੂਸਰਿਆਂ ਦੇ ਗਲ ਵੱਢ ਕੇ, ਮਾਸ ਖਾ ਕੇ, ਹੱਡ ਚੱਬ ਕੇ ਖੁਸ਼ ਹੁੰਦਾ ਹੈ। ਆਪਣੇ ਸਾਸ ਪੇਟ ਨੂੰ ਜੀਵਾਂ ਦੇ ਸਾਧ ਸੰਗਤ ਕਬਰਾਂ ਬਣਾਉਂਦਾ ਹੈ। ਗੁਰਬਾਣੀ ਦਾ ਫੈਸਲਾ ਹੈ, ਤੂੰ ਦਇਆ ਕਰ, ਤਰਸ ਕਰ। ਹਰ ਇੱਕ ਧਰਮ ਕੀ ਹੈ? ਤੁਲਸੀਦਾਸ ਜੀ ਕਹਿੰਦੇ ਨੇ, ਦਇਆ ਧਰਮ ਕਾ ਮੂਲ ਹੈ, ਪਾਪ ਮੂਲ ਅਭਿਮਾਨ, ਤੁਲਸੀ ਦਇਆ ਨਾ ਛੋੜੀਏ, ਜਬਲਾ ਘਟ ਮੈਂ ਪ੍ਰਾਨ। ਦਇਆ ਧਰਮ ਕਾ ਮੂਲ ਹੈ। ਜਿੱਥੇ ਦਇਆ ਨਹੀਂ, ਉੱਥੇ ਧਰਮ ਹੋ ਹੀ ਨਹੀਂ ਸਕਦਾ। ਬੋਲੋ ਸਤਿਨਾਮ। ਸ੍ਰੀ ਵਾਹਿਗੁਰੂ। ਜਿਸ ਹਿਰਦੇ ਵਿੱਚ ਦਇਆ ਨਹੀਂ ਹੈ, ਤਰਸ ਨਹੀਂ ਹੈ, ਰਹਿਮ ਨਹੀਂ ਹੈ, ਉਹ ਧਰਮੀ ਮਨੁੱਖ ਨਹੀਂ ਹੋ ਸਕਦਾ। ਬੋਲੋ ਸਤਿਨਾਮ। ਸ੍ਰੀ ਵਾਹਿਗੁਰੂ। ਉੱਪਰੋਂ ਭਾਵੇਂ ਕਹਿੰਦਾ ਫਿਰੇ, ਪਰੰਤੂ ਸਾਧ ਸੰਗਤ ਉਹ ਧਰਮੀ ਨਹੀਂ ਹੋ ਸਕਦਾ। ਦਇਆ ਧਰਮ ਕਾ ਮੂਲ ਹੈ। ਤੁਲਸੀਦਾਸ ਜੀ ਕਹਿੰਦੇ ਹਨ, ਦਇਆ ਜੋ ਹੈ ਇਹ ਧਰਮ ਦੀ ਜੜ ਹੈ। ਦਇਆ ਤੋਂ ਹੀ ਧਰਮ ਸ਼ੁਰੂ ਹੁੰਦਾ ਹੈ। ਦਇਆ ਧਰਮ ਕਾ ਮੂਲ ਹੈ, ਪਾਪ ਮੂਲ ਅਭਿਮਾਨ। ਅਭਿਮਾਨ ਜਿਹੜਾ ਹੈ, ਹੰਕਾਰ ਜੋ ਹੈ, ਇਹ ਸਾਧ ਸੰਗਤ ਜਿਸ ਕਰਕੇ ਮਨੁੱਖ ਫਿਰ ਪਾਪ ਕਰਦਾ ਹੈ। ਬੋਲੋ ਸਤਿਨਾਮ। ਸ੍ਰੀ ਵਾਹਿਗੁਰੂ। ਕਿਉਂਕਿ ਹੰਕਾਰੀ ਪੁਰਸ਼ ਹੀ ਤਾਂ ਪਾਪ ਕਰਦਾ ਹੈ, ਜ਼ੁਲਮ ਕਰਦਾ ਹੈ। ਪਾਪ ਮੂਲ ਅਭਿਮਾਨ, ਤੁਲਸੀ ਦਇਆ ਨਾ ਛੋਡੀਏ। ਤੁਲਸੀਦਾਸ ਜੀ ਕਹਿੰਦੇ ਨੇ, ਕਦੇ ਵੀ ਦਇਆ ਦਾ ਪੱਲਾ ਨਾ ਤਿਆਗੋ। ਭਾਵੇਂ ਕਿਹੋ ਜਿਹਾ ਤੁਸੀਂ ਔਖੇ ਵਕਤ ਵਿੱਚ ਵੀ ਗੁਜ਼ਰੋ, ਪਰੰਤੂ ਦਇਆ ਨਾ ਛੱਡੋ। ਤੁਲਸੀ ਦਇਆ ਨਾ ਛੋਡੀਏ, ਜਬਲਾ ਘਟ ਮੈਂ ਪ੍ਰਾਨ। ਜਿੰਨਾ ਚਿਰ ਹਿਰਦੇ ਦੇ ਵਿੱਚ ਪ੍ਰਾਣ ਚੱਲਦੇ ਨੇ, ਸਰੀਰ ਦੇ ਵਿੱਚ ਪ੍ਰਾਣ ਚੱਲਦੇ ਹਨ, ਉਨਾ ਚਿਰ ਦਇਆ ਦਾ ਪੱਲਾ ਨਾ ਛੱਡੋ। ਧੰਨ ਗੁਰੂ ਅਰਜਨ ਦੇਵ ਮਹਾਰਾਜ। ਸਭ ਆਖੋ ਧੰਨ ਗੁਰੂ ਅਰਜਨ ਦੇਵ ਮਹਾਰਾਜ। ਧੰਨ ਗੁਰੂ ਅਰਜਨ ਦੇਵ ਮਹਾਰਾਜ। ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਨ ਕਰਦੇ ਨੇ, ਤੈਨੂੰ ਘਰ ਬੈਠਿਆਂ 68 ਤੀਰਥਾਂ ਦਾ ਫਲ ਮਿਲੇਗਾ। ਬੋਲੋ ਸਤਿਨਾਮ। ਸ੍ਰੀ ਵਾਹਿਗੁਰੂ। ਜੇ ਤੂੰ ਇੱਕ ਕੰਮ ਕਰੇ, ਤੈਨੂੰ 68 ਤੀਰਥਾਂ ਦਾ ਫਲ ਮਿਲੂ। ਘਰ ਬੈਠਿਆਂ 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਉਹ ਕੀ ਕੰਮ ਹੈ? ਸਾਰੇ ਤੀਰਥਾਂ ਦਾ ਫਲ ਮਿਲ ਜਾਵੇ, ਦਇਆ ਕਰੀ ਜੀਵਾਂ ਦੇ ਉੱਤੇ। ਤੀਰਥਾਂ ਦਾ ਫਲ ਮਿਲ ਜਾਵੇ, ਦਇਆ ਕਰੀ ਜੀਵਾਂ ਦੇ ਉੱਤੇ। ਦਇਆ ਕਰੀ ਜੀਵਾਂ ਦੇ ਸਾਰੇ ਤੀਰਥਾਂ ਦਾ ਫਲ ਮਿਲ ਜਾਵੇ, ਦਇਆ ਕਰੀ ਜੀਵਾਂ ਦੇ ਉੱਤੇ। ਸਾਰੇ ਤੀਰਥਾਂ ਦਾ ਫਲ ਮਿਲ ਜਾਵੇ, ਦਇਆ ਕਰੀ ਜੀਵਾਂ ਦੇ ਉੱਤੇ। ਤੈਨੂੰ ਤੀਰਥਾਂ ਦਾ ਫਲ ਮਿਲ ਜਾਵੇ,
ਦਇਆ ਕਰੀ ਜੀਵਾਂ ਦੇ ਉੱਤੇ ਸਾਰੇ ਤੀਰਥਾਂ ਦਾ ਫਲ ਮਿਲ ਜਾਵੇ। ਦਇਆ ਕਰੀ ਜੀਵਾਂ ਦੇ ਉੱਤੇ ਸਾਰੇ ਤੀਰਥਾਂ ਦਾ ਫਲ ਮਿਲ ਜਾਵੇ। ਦਇਆ ਕਰੀ ਜੀਵਾਂ ਦੇ ਉੱਤੇ ਦਇਆ ਕਰੀ ਜੀਵਾਂ ਦੇ ਉੱਤੇ ਬਾਣੀ ਕਹਿੰਦੀ ਦਇਆ ਕਰੀ ਜੀਵਾਂ ਦੇ ਉੱਤੇ ਮੇਰੇ ਪਿਆਰੇ ਤੂੰ ਦਇਆ ਕਰੀ ਜੀਵਾਂ ਦੇ ਉੱਤੇ ਬਾਣੀ ਕਹਿੰਦੇ ਦਇਆ ਕਰੀ ਜੀਵਾਂ ਦੇ ਉੱਤੇ ਮੇਰੇ ਪਿਆਰੇ ਦਇਆ ਕਰੀ ਜੀਵਾਂ ਦੇ ਉੱਤੇ ਬਾਣੀ ਕਹਿੰਦੀ ਦਇਆ ਕਰੀ ਪਿਆਰਿਆ ਦਇਆ ਕਰੀ ਜੀਵਾਂ ਦੇ ਉੱਤੇ ਬਾਣੀ ਕਹਿੰਦੀ ਦਇਆ ਕਰੀ ਜੀਵਾਂ ਦੇ ਉੱਤੇ ਦਇਆ ਕਰੀ ਜੀਵਾਂ ਦੇ ਉੱਤੇ ਬਣਦੀ ਦਇਆ ਕਰੀ ਜੀਵਾਂ ਦੇ ਉੱਤੇ ਦਇਆ ਕਰੀ ਸਾਰੇ ਤੀਰਥਾਂ ਦਾ ਫਲ ਮਿਲ ਜਾਵੇ ਬਈ ਦਇਆ ਕਰੀ ਜੀਵਾਂ ਦੇ ਉੱਤੇ ਸਾਰੇ ਤੀਰਥਾਂ ਦਾ ਫਲ ਮਿਲ ਜਾਵੇ ਦਇਆ ਕਰੀ ਜੀਵਾਂ ਦੇ ਉੱਤੇ ਤੀਰਥਾਂ ਦਾ ਫਲ ਮਿਲ ਧੰਨ ਗੁਰੂ ਅਰਜਨ ਦੇਵ ਮਹਾਰਾਜ 12 ਮਾਹਾਂ ਦੇ ਅੰਦਰ ਉਪਦੇਸ਼ ਦਿੰਦੇ ਹੈ ਫਰਮਾਨ ਕਰਦੇ ਹਨ 68 ਤੀਰਥ ਸਗਲ ਪੁਨ ਜੀ ਦਇਆ ਪਰਵਾਨ 68 ਤੀਰਥ ਇਹ ਮੁੱਖ ਮੰਨੇ ਗਏ ਨੇ 68,000 ਤੀਰਥਾਂ ਦੀ ਗਿਣਤੀ ਕੀਤੀ ਗਈ 68,000 ਤੀਰਥ ਬਣਿਆ ਜਿਸ ਦੇ ਵਿੱਚੋਂ 68,000 ਤੀਰਥਾਂ ਦੇ ਤਾਂ ਕੋਈ ਜ਼ਿੰਦਗੀ 'ਚ ਜਾ ਨਹੀਂ ਸਕਦਾ 68 ਤੀਰਥ ਫਿਰ ਉਹਨਾਂ ਦੇ ਵਿੱਚੋਂ ਮੁੱਖ ਮੰਨੇ ਗਏ ਗੁਰਮਤਿ ਦੇ ਅੰਦਰ ਗੁਰੂ ਘਰ ਦੇ ਅੰਦਰ ਤੀਰਥ ਨਹਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਇਹ ਸਤ ਸੰਗਤ ਇਹ ਵੱਡਾ ਤੀਰਥ ਹੈ ਬੋਲੋ ਸਤਨਾਮ ਸਤਨਾਮ ਸ੍ਰੀ ਵਾਹਿਗੁਰੂ ਇਹ ਸਤ ਸੰਗਤ ਵੱਡਾ ਤੀਰਥ ਹੈ ਗੁਰੂ ਦੇ ਚਰਨ ਹੀ ਤੀਰਥ ਹਨ ਪਰਮੇਸ਼ਰ ਦਾ ਨਾਮ ਹੀ ਤੀਰਥ ਹੈ ਬੋਲੋ ਸਤਨਾਮ ਸਤਨਾਮ ਸ੍ਰੀ ਵਾਹਿਗੁਰੂ ਤੀਰਥ ਨਹਾਵਣ ਜਾਓ ਤੀਰਥ ਨਾਮ ਹੈ ਤੀਰਥ ਨਹਾਵਾ ਜੇ ਤਿਸ ਭਾਵਾ ਬਿਨ ਭਾਣੇ ਕੇ ਨਾਏ ਕਰੀ ਸੋ ਸਾਧ ਸੰਗਤ ਦੁਨੀਆ ਤੀਰਥਾਂ ਤੇ ਜਾਂਦੀ ਹੈ ਨਹਾਉਣ ਵਾਸਤੇ ਪਵਿੱਤਰ ਹੋਣ ਵਾਸਤੇ ਗੁਰੂ ਜੀ ਕਹਿੰਦੇ ਤੈਨੂੰ 68 ਤੀਰਥਾਂ ਦੇ ਇਸ਼ਨਾਨ ਦਾ ਫਲ ਘਰ ਬੈਠਿਆਂ ਪ੍ਰਾਪਤ ਹੋਵੇਗਾ ਤੂੰ ਜੀਵਾਂ ਦੇ ਉੱਤੇ ਰਹਿਮ ਕਰੀ ਤਰਸ ਕਰੀ ਬੋਲੋ ਸਤਨਾਮ ਸਤਨਾਮ ਸ੍ਰੀ ਵਾਹਿਗੁਰੂ ਪਰੰਤੂ ਇਹ ਦਇਆ ਨਹੀਂ ਕਰਦਾ ਭਾਈ ਜਿੰਨੀਆਂ ਵੀ ਸੰਗਤਾਂ ਤੁਸੀਂ ਅੱਜ ਬਹੁਤ ਵੱਡੀ ਗਿਣਤੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਹਾਜ਼ਰ ਹੋ ਭਾਈ ਪਰਨ ਕਰਕੇ ਜਾਓ ਸਿਰਫ ਸੁਣਨ ਨਾਲ ਗੱਲ ਨਹੀਂ ਬਣਨੀ ਸਾਧ ਸੰਗਤ ਦੁਨੀਆ ਕਹਿੰਦੀ ਹੈ ਕਿ ਅਸੀਂ ਬਾਣੀ ਪੜ੍ਹਦੇ ਹਾਂ ਅਸੀਂ ਨਾਮ ਜਪਦੇ ਹਾਂ ਸਾਡਾ ਮਨ ਨਹੀਂ ਲੱਗਦਾ ਸਵਾਦ ਨਹੀਂ ਆਉਂਦਾ ਬੋਲੋ ਸਤਨਾਮ ਸਤਨਾਮ ਸ੍ਰੀ ਵਾਹਿਗੁਰੂ ਬਾਣੀ ਪੜ੍ਹਦੇ ਸੁਣਦੇ ਹਾਂ ਪਰੰਤੂ ਬਾਣੀ ਮਨ ਵਿੱਚ ਨਹੀਂ ਟਿਕਦੀ ਕਿਉਂ ਜਿਵੇਂ ਸਾਧ ਸੰਗਤ ਇੱਕ ਸਾਧ ਸੰਗਤ ਜਿਸ ਛਾਨਣੀ ਹੁੰਦੀ ਆ ਛਾਨਣੀ ਦੇ ਵਿੱਚ ਛੇਕ ਹੁੰਦੇ ਨੇ ਬੋਲੋ ਸਤਨਾਮ ਸਤਨਾਮ ਸ੍ਰੀ ਵਾਹਿਗੁਰੂ ਉਹਦੇ ਵਿੱਚ ਜਿੰਨਾ ਮਰਜ਼ੀ ਪਾਣੀ ਪਾਓ ਪਾਣੀ ਖੜ ਨਹੀਂ ਸਕਦਾ ਬੋਲੋ ਸਤਨਾਮ ਸਤਨਾਮ ਸ੍ਰੀ ਵਾਹਿਗੁਰੂ ਐਸੇ ਤਰ੍ਹਾਂ ਸਾਡਾ ਮਨ ਇਹ ਛਾਨਣੀ ਦੀ ਨਿਆਈ ਹੋਇਆ ਬੋਲੋ ਸਤਨਾਮ ਸਤਨਾਮ ਸ੍ਰੀ ਵਾਹਿਗੁਰੂ ਇਹਦੇ ਵਿੱਚ ਸੰਸਿਆਂ ਦੇ ਛੇਕ ਨੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ
ਇਸ ਕਰਕੇ ਬਾਣੀ ਨਹੀਂ ਟਿਕਦੀ ਮਨ ਦੇ ਵਿੱਚ, ਪਰਮੇਸ਼ਰ ਦਾ ਨਾਮ ਨਹੀਂ ਟਿਕਦਾ ਮਨ ਦੇ ਵਿੱਚ। ਬਾਣੀ ਕਹਿੰਦੀ ਹੈ ਕਿ ਇਹ ਜੋ ਪਰਮੇਸ਼ਰ ਦਾ ਨਾਮ ਹੈ, ਜਿਸ ਹਿਰਦੇ ਦੇ ਵਿੱਚ, ਜਿਸ ਮਨ ਦੇ ਵਿੱਚ ਟਿਕ ਜਾਵੇ, ਇਹ ਗੁਰਬਾਣੀ ਜੋ ਅਸੀਂ ਆਪਣੇ ਮਨ ਦੇ ਵਿੱਚ ਵਸਾਉਣੀ ਹੈ, ਮਨ ਦੇ ਵਿੱਚ ਟਿਕਾਉਣੀ ਹੈ। ਬੋਲੋ ਸਤਿਨਾਮ। ਸਤਨਾਮ ਸ੍ਰੀ ਵਾਹਿਗੁਰੂ। ਸੋ ਸਾਡਾ ਮਨ ਹੋਇਆ ਹੈ ਛਾਨਣੀ ਦੇ ਵਾਂਗੂ। ਛਾਨਣੀ ਦੇ ਵਿੱਚ ਜਿੰਨਾ ਮਰਜੀ ਪਾਣੀ ਪਾਈ ਜਾਓ, ਉਹ ਸਾਧ ਸੰਗਤ ਪਾਣੀ ਉਸ ਦੇ ਵਿੱਚ ਰੁਕਦਾ ਨਹੀਂ ਹੈ, ਖੜਦਾ ਨਹੀਂ ਹੈ। ਇਸੇ ਤਰ੍ਹਾਂ ਬਾਣੀ ਸਾਡੇ ਮਨ ਵਿੱਚ ਖੜਦੀ ਨਹੀਂ ਹੈ, ਇਸੇ ਕਰਕੇ ਸਾਨੂੰ ਸਵਾਦ ਨਹੀਂ ਆਉਂਦਾ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਇਸੇ ਕਰਕੇ ਸਵਾਦ ਨਹੀਂ ਆਉਂਦਾ, ਇਸ ਕਰਕੇ ਆਨੰਦ ਨਹੀਂ ਆਉਂਦਾ ਹੈ। ਬਾਣੀ ਪੜ੍ਹਦੇ ਹਾਂ, ਨਾਮ ਜਪਦੇ ਹਾਂ ਭਾਈ, ਸੁਣਨਾ ਵੀ ਹੈ, ਪੜ੍ਹਨਾ ਵੀ ਹੈ, ਤੇ ਪੜ੍ਹ ਕੇ ਮੰਨਣਾ ਵੀ ਹੈ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਮੰਨਣਾ ਵੀ ਹੈ ਤੇ ਕਮਾਉਣਾ ਵੀ ਹੈ। ਬੋਲੋ ਸਤਨਾਮ। ਸ੍ਰੀ ਇੱਕ ਹੁੰਦਾ ਸਰਵਣ ਕਰਨਾ, ਇੱਕ ਮੰਨਣਾ, ਤੀਸਰਾ ਹੈ ਨਿਧਿਆਸਨ ਕਰਨਾ, ਪ੍ਰੈਕਟੀਕਲ ਕਰਨਾ। ਜੋ ਸਤਿਗੁਰੂ ਜੀ ਕਹਿ ਰਹੇ ਹਨ ਉਸ ਉਪਦੇਸ਼ ਨੂੰ ਧਾਰਨ ਕਰਨਾ। ਜੋ ਸੰਗਤ ਵਿੱਚ ਸੁਣਦੇ ਹੋ, ਜੋ ਤੁਸੀਂ ਸੁਣਿਆ ਹੈ, ਇਸ ਨੂੰ ਕਮਾਉਣਾ। ਜੋ ਕਮਾਵੇਗਾ, ਜੋ ਸਾਧ ਸੰਗਤ ਇੱਕ ਵਚਨ ਵੀ, ਸਾਧ ਸੰਗਤ ਤੇ ਗੁਰੂ। ਆਪਾਂ ਕੀਰਤਨ ਦੀ ਆਰੰਭਤਾ ਵਿੱਚ ਸ਼ਬਦ ਪੜਿਆ ਸੀ, ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਨਿਹਾਲ ਉਹ ਅਵਸਥਾ ਜਿੱਥੇ ਕੋਈ ਦੁੱਖ ਨਹੀਂ ਹੁੰਦਾ, ਜਿੱਥੇ ਆਨੰਦ ਹੀ ਆਨੰਦ ਹੈ। ਨਾ ਏਕ ਅੱਖਰ ਹਰ ਮਨ ਵਾਸਤੇ, ਇੱਕ ਅੱਖਰ ਵੀ ਜੋ ਮਨ ਵਿੱਚ ਵਸਾ ਲਵੇਗਾ, ਕਹਿੰਦੇ ਉਹ ਨਿਹਾਲ ਹੋ ਜਾਊਗਾ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਇਸ ਕਰਕੇ ਭਾਈ ਅਸੀਂ ਸੁਣ ਕੇ, ਸੁਣਿਆ ਮੰਨਿਆ ਮਨ ਕੀਤਾ ਭਾਉ। ਇੱਥੋਂ ਤੱਕ ਮੰਨਣ ਦੀ ਅਵਸਥਾ ਸ੍ਰੀ ਜਪਜੀ ਸਾਹਿਬ ਦੇ ਅੰਦਰ ਅਸੀਂ ਹਰ ਰੋਜ਼ ਪੜ੍ਹਦੇ ਹਾਂ। ਜੋ ਗੁਰੂ ਦੇ ਵਚਨਾਂ ਤੇ ਭਰੋਸਾ ਕਰ ਲਵੇਗਾ, ਜੋ ਗੁਰਬਾਣੀ ਤੇ ਵਿਸ਼ਵਾਸ ਕਰ ਲਵੇਗਾ, ਜੋ ਉਸ ਨੂੰ ਮਨ ਵਿੱਚ ਵਸਾ ਲਵੇਗਾ, ਮੰਨ ਲਵੇਗਾ, ਮਿਲਦਾ ਮੁਖ ਦੁਆਰ। ਜੇ ਮਨ ਮਨ ਜੇ ਮਨ ਮਨ ਜੇ, ਪਾਵੇ ਮੁਖ ਦੁਆਰ। ਜੇ ਮਨ ਮਨ ਜੇ ਮਨ ਮਨ ਜੇ, ਮਿਲਦਾ ਮੁਖ ਦੁਆਰ। ਜੇ ਮਨ ਮਨ ਜੇ ਮਨ ਮਨ ਜੇ, ਪਾਵੇ ਮੁਖ ਦੁਆਰ। ਜੇ ਮਨ ਮਨ ਜੇ ਮਨ ਮਨ ਜੇ, ਮੁਖ ਦੁਆਰ। ਜੇ ਮਨ ਮਨ ਜੇ ਮਨ ਜੇ, ਪਾਵੇ ਮੁਖ ਦੁਆਰ। ਜੇ ਮਨ ਮਨ ਜੇ ਮਨ ਮਨ ਜੇ, ਪਾਈ ਪਾਵੇ ਮੁਖ ਦੁਆਰ। ਜੇ ਮਨ ਮਨ ਜੇ ਮਨ ਮਨ ਜੇ, ਮੁਖ ਦੁਆਰ। ਜੇ ਮਨ ਮਨ ਜੇ ਮਨ ਮਨ ਜੇ, ਪਾਵੇ ਮੁਖ ਦੁਆਰ। ਜੇ ਮਨ ਮਨ ਜੇ ਮਨ ਮਨ ਜੇ, ਪਾਵੇ ਮੁਖ ਦੁਆਰ। ਮੋਖ ਦੁਆਰ ਕੀ ਹੈ? ਮੁਕਤੀ ਦਾ ਦਰਵਾਜ਼ਾ। ਮੰਨੈ ਪਾਵੈ ਮੋਖ ਦੁਆਰ, ਮੰਨੈ ਪਰਵਾਰੈ ਸਾਧਾ। ਜੋ ਮੰਨ ਲੈਣਗੇ ਗੁਰੂ ਦੇ ਵਚਨਾਂ ਨੂੰ, ਗੁਰਬਾਣੀ ਨੂੰ ਮੰਨ ਲੈਣਗੇ, ਉਹ ਆਪਣੇ ਪਰਿਵਾਰਾਂ ਦਾ ਵੀ ਉਧਾਰ ਕਰ ਲੈਣਗੇ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਉਹ ਮੁਕਤੀ ਦੇ ਦਰਵਾਜ਼ੇ ਤੇ ਪਹੁੰਚ ਜਾਣਗੇ। ਇੱਥੋਂ ਤੱਕ ਜੀਵ ਦੀ ਗੱਲ ਨਹੀਂ, ਜਿਹੜਾ ਗੁਰੂ ਦੇ ਵਚਨਾਂ ਨੂੰ ਮੰਨ ਲਵੇ ਉਹ ਤਾਂ ਆਪਣੀਆਂ ਕੁਲਾਂ ਵੀ ਤਾਰ ਲੈਂਦਾ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਅਸੀਂ ਪੜ੍ਹਦੇ ਤਾਂ ਹਾਂ, ਪਰੰਤੂ ਅਸੀਂ ਮੰਨਦੇ ਨਹੀਂ ਹਾਂ, ਅਸੀਂ ਕਮਾਉਂਦੇ ਨਹੀਂ। ਇਸ ਕਰਕੇ ਜਿੰਨੀ ਵੀ ਸੰਗਤ ਆਈਆਂ ਭਾਈ, ਅੱਜ ਤੋਂ ਪਰਨ ਕਰਕੇ ਜਾਣਾ ਵੀ ਜੀਵਾਂ ਦੇ ਗਲ ਵੱਢ ਵੱਢ ਕੇ ਨਹੀਂ ਖਾਣੇ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਬਹੁਤ ਕੁਝ ਖਾਣ ਵਾਸਤੇ ਵਾਹਿਗੁਰੂ ਨੇ ਬਣਾਇਆ, ਆਪਣਾ ਖਾਣਾ ਪੀਣਾ ਠੀਕ ਕਰਨਾ ਹੈ ਭਾਈ। ਦੁੱਖ ਦੇ ਕੇ ਨਹੀਂ ਖਾਣਾ ਹੈ ਦੂਸਰਿਆਂ ਨੂੰ। ਸਿਮਰਨ ਭਜਨ ਦਇਆ ਨਹੀਂ ਕੀਨੀ, ਸੁਣਦੇ ਸੀ ਨਾ ਵੀ ਗੁਰੂ ਵਾਲਾ ਬਣ ਕੇ ਸਿਮਰਨ ਨਹੀਂ ਕੀਤਾ।
ਫਿਰ ਸੰਗਤਾਂ ਨਾਲ ਮਿਲ ਕੇ, ਕਿਉਂਕਿ ਬਾਣੀ ਦਾ ਫੈਸਲਾ ਹੈ, ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ। ਜੋ ਸੰਗਤ ਵਿੱਚ ਨਹੀਂ ਆਉਂਦਾ ਭਾਈ, ਜੋ ਸਤਿਗੁਰ ਦੇ ਚਰਨਾਂ ਵਿੱਚ ਨਹੀਂ ਬਹਿੰਦਾ, ਜੋ ਸੰਗਤ ਵਿੱਚ ਨਹੀਂ ਬਹਿੰਦਾ ਆ ਕੇ, ਇਹ ਮਾਣ ਹੁੰਦਾ ਮਨ ਦੇ ਵਿੱਚ, ਹੰਕਾਰ ਹੁੰਦਾ ਮਨ ਦੇ ਵਿੱਚ। ਬੋਲੋ ਸਤਿਨਾਮ ਸ੍ਰੀ ਵਾਹਿਗੁਰੂ। ਹੁਣ ਸੁਣਦਾ ਤਾਂ ਘਰੇ ਵੀ ਸੁਣਦਾ ਬੰਦਾ ਠੀਕ ਹੈ, ਪਰੰਤੂ ਸੰਗਤ ਵਿੱਚ ਆ ਕੇ, ਜੋ ਸਤਿਗੁਰ ਦੀ ਸ਼ਰਨ ਵਿੱਚ ਆ ਕੇ, ਸੰਗਤ ਵਿੱਚ ਆ ਕੇ ਹਰੀ ਜਸ ਨਹੀਂ ਕਰਦਾ ਸੁਣਦਾ। ਸਤਿਗੁਰ ਜੀ ਕਹਿੰਦੇ ਨੇ, ਜੋ ਸਤਿਗੁਰ ਸਰਨ ਸੰਗਤ ਨਹੀਂ ਆਏ, ਜੋ ਸਤਿਗੁਰ ਦੀ ਸ਼ਰਨ ਵਿੱਚ ਨਹੀਂ ਆਏ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਨਹੀਂ ਆਏ, ਪਵਿੱਤਰ ਗੋਦ ਵਿੱਚ ਨਹੀਂ ਬੈਠੇ ਆ ਕੇ, ਸੰਗਤ ਵਿੱਚ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਤਰਕਾਰ ਹੈ ਕਹਿੰਦੇ ਉਹਨਾਂ ਦੇ ਜੀਵਨ ਨੂੰ। ਬੋਲੋ ਸਤਿਨਾਮ ਸ੍ਰੀ ਵਾਹਿਗੁਰੂ। ਜਿੰਨਾ ਵੀ ਹੁਣ ਤੱਕ ਜੀਵੇ ਨੇ ਉਹਨੂੰ ਵੀ ਤਰਕਾਰ ਹੈ। ਤ੍ਰਿਗ ਕਿਹਨੂੰ ਕਹਿੰਦੇ ਨੇ? ਜੇ ਕਿਸੇ ਨੂੰ 100 ਹਜ਼ਾਰਾਂ ਵਾਰ ਕਹੀਓ ਤੈਨੂੰ ਲਾਹਨਤ ਹੈ, ਲਾਹਨਤ ਹੈ, ਲਾਹਨਤ ਹੈ, ਫਿੱਟ ਲਾਹਨਤ ਕਿਸੇ ਨੂੰ ਪਾਈਏ, ਤਰਕਾਰ ਹੈ ਇਸੀ ਜ਼ਿੰਦਗੀ ਨੂੰ, ਤਰਕਾਰ ਹੈ ਐਸੇ ਜਿਉਣੇ ਨੂੰ, ਜੋ ਕਦੇ ਸੰਗਤ ਵਿੱਚ ਨਹੀਂ ਆਇਆ, ਜਿਸ ਨੇ ਕਦੇ ਸੇਵਾ ਹੀ ਨਹੀਂ ਕੀਤੀ, ਜਿਸ ਨੇ ਸਾਧ ਸੰਗਤ ਕਦੇ ਸਤਿਗੁਰ ਦੀ ਸ਼ਰਨ ਵਿੱਚ ਨਹੀਂ ਆ ਕੇ ਬੈਠੇ। ਆਪ ਜੀ ਸੁਣਦੇ ਸੀ ਨਾ, ਰਾਤੀ ਜਾ ਕੇ ਸੁਣੇ ਗੁਰਬਾਣੀ, ਰਾਣੀ ਰਾਜੇ ਹਰੀ ਚੰਦ ਦੀ, ਜਾਇ ਕੇ ਸੁਣੇ ਗੁਰਬਾਣੀ, ਰਾਣੀ ਰਾਜੇ ਹਰੀ ਚੰਦ ਦੀ। ਰਾਤੀ ਜਾ ਕੇ ਸੁਣੇ ਗੁਰਬਾਣੀ, ਰਾਣੀ ਰਾਜੇ ਹਰੀ ਚੰਦ ਦੀ। ਰਾਤੀ ਜਾ ਕੇ ਸੁਣੇ ਗੁਰਬਾਣੀ, ਰਾਣੀ ਰਾਜੇ ਹਰੀ ਚੰਦ ਦੀ। ਵਾਹ ਵਾਹ ਜੀ ਰਾਣੀ ਰਾਜੇ ਹਰੀ ਚੰਦ ਦੀ। ਪਿਆਰਿਓ ਰਾਣੀ ਰਾਜੇ ਹਰੀ ਚੰਦ ਦੀ। ਵਾਹ 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 ਰਾਣੀ ਰਾਜੇ ਹਰੀ ਚੰਦ ਦੇ। ਪਿਆਰੇ ਦੀ ਰਾਣੀ ਰਾਜੇ ਹਰੀ ਚੰਦ ਦੇ। ਰਾਤੀ ਜਾਇ ਕੇ ਸੁਣੇ ਗੁਰਬਾਣੀ, ਰਾਣੀ ਰਾਜੇ ਹਰੀ ਚੰਦ ਦੀ। ਰਾਤੀ ਜਾਇ ਕੇ ਸੁਣੇ ਗੁਰਬਾਣੀ, ਰਾਣੀ ਰਾਜੇ ਹਰੀ ਚੰਦ ਦੀ। ਰਾਣੀ
ਸੁਖ ਰਾਜੇ ਕਰ ਹਰੀ ਚੰਦ, ਨਾਰ ਸੋ ਤਾਰਾ ਲੋਚਨ ਰਾਮ। ਸਾਧ ਸੰਗਤ ਮਿਲ ਗਾਵੰਦੇ, ਸਾਧ ਸੰਗਤ ਨਾਲ ਮਿਲ ਕੇ ਹਰੀ ਦਾ ਜਸ ਕਰਦਾ। ਬੋਲੋ ਸਤਿਨਾਮ। ਸਤਨਾਮ ਸ੍ਰੀ ਵਾਹਿਗੁਰੂ। ਇਹ ਬਖਸ਼ਿਸ਼ ਜਦੋਂ ਤੋਂ ਦੁਨੀਆ ਬਣੀ ਹੈ ਭਾਈ, ਸਤਿਯੁਗ ਦੇ ਸਮੇਂ ਤੋਂ ਸਤਸੰਗ ਹੁੰਦਾ ਆਇਆ ਹੈ, ਹਰੀ ਜਸ ਹੁੰਦਾ ਆਇਆ ਹੈ। ਵਾਹਿਗੁਰੂ ਨੇ ਦਵੰਦਵਾਦ ਦੇ ਵਿੱਚ ਇਹ ਦੁਨੀਆ ਰਚੀ ਹੈ। ਮਨਮੁਖਾਂ ਦੇ ਨਾਲ ਗੁਰਮੁਖ ਵੀ ਬਣਾਏ ਨੇ, ਜ਼ਹਿਰ ਨਾਲ ਅੰਮ੍ਰਿਤ ਹੈ, ਭਗਤ ਜਨ ਪੈਦਾ ਕੀਤੇ ਹਨ। ਤੇ ਸਾਧ ਸੰਗਤ, ਹੁਣ ਉਹ ਯੁੱਗ ਕਿਹੜਾ ਸੀ ਉਸ ਸਮੇਂ ਦੇ ਵਿੱਚ, ਉਸ ਯੁੱਗ ਦੇ ਅੰਦਰ ਵੀ ਸਤਿਯੁਗ ਦੇ ਅੰਦਰ ਇਹ ਰਾਜੇ ਹੋਏ ਨੇ। ਬੋਲੋ ਸਤਿਨਾਮ। ਸਤਨਾਮ ਸ੍ਰੀ ਵਾਹਿਗੁਰੂ। ਸਾਧ ਸੰਗਤ ਮਿਲ ਗਾਵੰਦੇ, ਰਾਤੀ ਜਾਏ ਸੁਣੈ ਗੁਰਬਾਣੀ। ਰਾਤ ਦੇ ਵਕਤ ਜਦੋਂ ਦਿਨ ਦੇ ਸਮੇਂ ਵਿੱਚ ਬੰਦਾ ਬਹਾਨੇ ਕਰਦਾ, ਵੇਲੇ ਨਹੀਂ ਮਿਲਦਾ ਜੀ ਸੰਗਤ ਵਿੱਚ ਆਓ, ਸੰਗਤ ਵਿੱਚ ਕੀਰਤਨ ਸੁਣੋ, ਕਿਤੇ ਰੱਬ ਦਾ ਜਸ ਕਰੋ ਭਾਈ। ਨਹੀਂ, ਵੇਲ ਨਹੀਂ ਮਿਲਦਾ, ਟਾਈਮ ਨਹੀਂ ਮਿਲਦਾ, ਬਸ ਕੰਮ ਹੀ ਇੰਨੇ ਨੇ। ਗੁਰਬਾਣੀ ਕਹਿੰਦੀ ਤੂੰ ਦਿਨ ਰਾਤ ਕੰਮ ਕਰਦਾ ਚੱਲ, ਕਰੀ ਚੱਲ, ਜਿੰਨੇ ਮਰਜ਼ੀ ਕੰਮ ਕਰ ਲੈ, ਪਰੰਤੂ ਅੰਤ ਨੂੰ ਤੇਰੇ ਕਿਸੇ ਕੰਮ ਨਹੀਂ ਆਉਣੇ। ਬੋਲੋ ਸਤਿਨਾਮ। ਸਤਨਾਮ ਸ੍ਰੀ ਵਾਹਿਗੁਰੂ। ਕਿਉਂ? ਜੇ ਤੂੰ ਵਾਹਿਗੁਰੂ ਦਾ ਭਜਨ ਨਹੀਂ ਕੀਤਾ, ਜੇ ਤੂੰ ਸਤ ਸੰਗਤ ਨਾ ਕੀਤੀ, ਅਵਰ ਕਾਜ ਤੇਰੇ ਕਿਤੈ ਨਾ ਕਾਮ। ਮਿਲ ਸਾਧ ਸੰਗਤ ਭਜ ਕੇਵਲ। ਤੂੰ ਸਾਧ ਸੰਗਤ ਵਿੱਚ ਜਾ ਕੇ ਵਾਹਿਗੁਰੂ ਦਾ ਭਜਨ ਕਰ ਲੈ, ਵਾਹਿਗੁਰੂ ਦਾ ਨਾਮ ਜਪ ਲੈ ਸੰਗਤ ਨਾਲ ਮਿਲ ਕੇ। ਹੋਰ ਜਿਹੜੇ ਕੰਮ ਨੇ ਇਹ ਤਾਂ ਸਿਰਫ ਪੇਟ ਪੂਰਤੀ ਵਾਸਤੇ ਨੇ, ਕਰਨੇ ਪੈਂਦੇ ਨੇ, ਕਰਨੇ ਚਾਹੀਦੇ ਨੇ, ਪਰੰਤੂ ਇਹਨਾਂ ਦਾ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਜਾਂ ਉਸ ਤੋਂ ਬਾਅਦ ਕੋਈ ਮੁੱਲ ਨਹੀਂ ਹੈ। ਬੋਲੋ ਸਤਿਨਾਮ। ਸ੍ਰੀ ਵਾਹਿਗੁਰੂ। ਇਸ ਕਰਕੇ ਜੇ ਸੰਗਤ ਵਿੱਚ ਮਨ ਆਉਣ ਤੋਂ ਗੁਰੇਜ਼ ਕਰਦਾ ਭਾਈ, ਤਾਂ ਆਪਣੇ ਮਨ ਨੂੰ ਇਹ ਉਪਦੇਸ਼ ਦਿਆ ਕਰੋ, ਸਾਧ ਸੰਗਤ ਵਿੱਚ ਆ ਜਾਏ ਪਾਪੀ ਜੀ ਵੜਿਆ ਹੈ। ਸਾਧ ਸੰਗਤ ਵਿੱਚ ਆ ਜਾ ਪਾਪੀ ਜੀ ਵੜਿਆ। 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 ਆ ਜਾ ਪਾਪੀ ਜੀ ਵੜਿਆ। ਸਾਧ ਸੰਗਤ ਵਿੱਚ ਆ ਜਾ ਪਾਪੀ ਜੀ ਵੜਿਆ। ਸਾਧ ਸੰਗਤ ਵਿੱਚ ਆ ਜਾ। ਸਾਧ ਸੰਗਤ ਵਿੱਚ ਆ ਜਾ ਪਾਪੀ ਜੀ ਵੜਿਆ। 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 ਸਾਧ ਸੰਗਤ ਵਿੱਚ ਆ ਜਾ। 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 ਸਾਧ ਸੰਗਤ ਵਿੱਚ ਆ ਜਾਵੇ ਪਾਪੀ ਜੀ ਵੜਿਆ। ਸਾਧ ਸੰਗਤ ਵਿੱਚ ਆ ਜਾ ਪਾਪੀ ਜੀ ਵੜਿਆ। ਸੰਗਤ ਵਿੱਚ ਆ ਜਾ ਪਾਪੀ ਜੀ ਵੜਿਆ। ਸੰਗਤ ਵਿੱਚ ਆ ਜਾ ਪਾਪੀ ਜੀ ਵੜਿਆ। ਵਡ ਭਾਗੀ ਸਤ ਸੰਗਤ ਪਾਵੈ, ਭਾਗਹੀਨ ਭ੍ਰਮ ਚੋਟਾ ਖਾਵੈ। ਬਿਨ ਭਾਗਾ ਸਤ ਸੰਗਨ, ਬਿਨ ਸੰਗਤ ਮਹਿਲ ਤਰੀ ਜੈ ਜੀਓ। ਹੁਣੇ ਤੁਸੀਂ ਸੁਣਿਆ, ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ। ਫਿਰ ਸਾਡਾ ਸਵਾਲ ਹੁੰਦਾ ਹੈ, ਜੇ ਅਸੀਂ ਗੁਰਦੁਆਰੇ ਜਾਈਏ, ਮੰਦਿਰ ਜਾਈਏ, ਮਸਜਿਦ ਜਾਈਏ, ਚਰਚ ਜਾਈਏ ਤਾਂ ਸਾਨੂੰ ਕੀ ਮਿਲੂਗਾ? ਬੋਲੋ ਸਤਿਨਾਮ। ਸਤਨਾਮ ਸ੍ਰੀ ਵਾਹਿਗੁਰੂ। ਗੁਰਦੁਆਰੇ, ਮੰਦਿਰ, ਮਸਜਿਦ ਇੰਨੀ ਦੁਨੀਆ
ਇਸ ਵਾਸਤੇ ਨਹੀਂ ਜਾਂਦੀ ਕਿ ਸਾਨੂੰ ਪਰਮਾਤਮਾ ਦਾ ਦਰਸ਼ਨ ਹੋਵੇ, ਸਾਨੂੰ ਵਾਹਿਗੁਰੂ ਦਾ ਦਰਸ਼ਨ ਹੋਵੇ, ਸਾਨੂੰ ਪਰਮਾਤਮਾ ਮਿਲੇ। ਇਸ ਵਾਸਤੇ ਜਾਂਦੀ ਹੈ ਵੀ ਸਾਨੂੰ ਕੀ ਮਿਲੂਗਾ। ਬੋਲੋ ਸਤਿਨਾਮ। ਸਤਨਾਮ ਸ੍ਰੀ ਵਾਹਿਗੁਰੂ। ਜ਼ਿਆਦਾ ਦੁਨੀਆ ਇਤਨੀ ਮਤਲਬੀ ਹੈ ਭਾਈ, ਪਰਮਾਤਮਾ ਤੋਂ ਪਰਮਾਤਮਾ ਨੂੰ ਨਹੀਂ ਮੰਗਦੀ। ਸਾਧ ਸੰਗ ਦਾਤੇ ਤੋਂ ਦਾਤਾ ਨੂੰ ਤਾਂ ਦੁਨੀਆ ਮੰਗਦੀ ਹੈ, ਦਾਤੇ ਨੂੰ ਨਹੀਂ ਮੰਗਦੀ। ਬੋਲੋ ਸਤਿਨਾਮ। ਸਤਨਾਮ ਸ੍ਰੀ ਵਾਹਿਗੁਰੂ। ਸੋ ਸਾਧ ਸੰਗਤ ਕੀ ਮਿਲਦਾ ਹੈ ਸੰਗਤ ਵਿੱਚ ਆ ਕੇ? ਜੇ ਤੁਸੀਂ ਸਾਧ ਸੰਗਤ ਵਿੱਚ ਜਾਓਗੇ, ਇਹ ਵੀ ਸਾਧ ਸੰਗਤ ਵਿੱਚ ਜਾ ਕੇ ਕੀ ਮਿਲਦਾ ਹੈ? ਸ਼ਾਸਤਰਾਂ ਦਾ ਫਰਮਾਨ ਹੈ, ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਚਿੰਤਾ ਚਿਤ ਉਦਾਸ, ਥੋੜੇ ਬਹੁਤੇ ਸਭ ਦੁਖੀ ਸੁਖੀ ਹਰੀ ਕੇ ਦਾਸ। ਕੋਈ ਸੁਖੀ ਨਹੀਂ ਹੈ, ਦੁੱਖ ਹੀ ਦੁੱਖ ਹਨ ਬਾਈ। ਸਾਧ ਸੰਗਤ ਵਿੱਚ ਆਉਣ ਕਰਕੇ ਕੀ ਪ੍ਰਾਪਤ ਹੁੰਦਾ ਹੈ, ਕੀ ਮਿਲਦਾ ਹੈ? ਸਾਰੇ ਦੁੱਖਾਂ ਦਾ ਨਾਸ ਹੁੰਦਾ। ਬੋਲੋ ਸਤਿਨਾਮ। ਸ੍ਰੀ ਵਾਹਿਗੁਰੂ। ਸਾਰੇ ਦੁੱਖਾਂ ਦਾ ਨਾਸ ਹੁੰਦਾ ਹੈ। ਸਾਧ ਸੰਗਤ ਵਿੱਚ ਆਉਣ ਦੇ ਨਾਲ ਜਿਹੜਾ ਮਨ ਸਦਾ ਹੀ ਜਲਦਾ ਵਲਦਾ ਰਹਿੰਦਾ, ਇਹਨੂੰ ਕਦੇ ਸ਼ਾਂਤੀ ਨਹੀਂ ਆਉਂਦੀ। ਸਾਧ ਸੰਗ ਮੇਰੀ ਜਲਨ ਬੁਝਾਈ, ਸਾਧ ਸੰਗਤ ਮੇਰੀ ਜਲਨ ਬੁਝਾਈ, ਸਾਧ ਸੰਗਤ ਮੇਰੀ ਜਲਨ ਬੁਝਾਈ, ਸਾਧ ਸੰਗਤ ਮੇਰੀ ਜਲਨ ਬੁਝਾਈ। ਸਾਧ ਸੰਗਤ ਮੇਰੀ, ਸਾਧ ਸੰਗ ਮੇਰੀ ਜਲਨ ਬੁਝਾਏ, ਸਾਧ ਸੰਗਤ ਮੇਰੀ ਜਲਨ ਬੁਝਾਏ। ਸਾਧ ਸੰਗਤ ਮੇਰੀ ਜਲਨ ਬੁਝਾਈ, ਸਾਧ ਸੰਗਤ ਮੇਰੀ ਜਲਨ ਬੁਝਾਈ। ਸਾਧ ਸੰਗਤ ਮੇਰੀ ਜਲਨ ਬੁਝਾਈ, ਤਪਦੇ ਹਿਰਦੇ ਦੀ, ਸਾਧ ਸੰਗਤ ਮੇਰੀ ਜਲਨ ਬੁਝਾਈ, ਤਪਦੇ ਹਿਰਦੇ ਦੀ, ਸਾਧ ਸੰਗਤ ਮੇਰੀ ਜਲਨ ਬੁਝਾਈ, ਸਾਧ ਸੰਗਤ ਮੇਰੀ ਜਲਨ ਬੁਝਾਈ, ਮੇਰੀ ਜਲਨ ਬੁਝਾਈ। ਸਾਧ ਸੰਗਤ ਮੇਰੀ ਜਲਨ ਬੁਝਾਈ, ਤਪਦੇ ਹਿਰਦੇ ਦੀ, ਸਾਧ ਸੰਗਤ ਮੇਰੀ ਜਲਨ ਬੁਝਾਈ, ਤਪਦੇ ਹਿਰਦੇ ਦੀ, ਸੰਗਤ ਮੇਰੀ ਜਲਨ ਬੁਝਾਈ, ਤਪਦੇ ਹਿਰਦੇ ਦੀ, ਸਾਧ ਸੰਗਤ ਮੇਰੀ ਜਲਨ ਬੁਝਾਈ, ਜਲਨ ਬੁਝਾਈ। ਸਾਰੇ ਬੋਲਿਆ ਕਰੋ ਭਾਈ, ਸਭ ਸੰਗਤਾਂ ਗੱਜ ਵੱਜ ਕੇ ਸ਼ਬਦ ਪੜਿਆ ਕਰੋ। ਤਪਦੇ ਜਿਹੜਾ ਅਗਨ ਬਰਾਬਰ ਤਪੈ, ਪੀਤਰ ਵਗੈ ਕਾਤੀ, ਪਰਮਤ ਨਾਨਕ ਹੁਕਮ ਪਛਾਣਾ ਸੁਖ ਹੋਵੇ